क्योंकि गौरमेंट की लाइफ स्टॉक स्कीम कढ़दी है तकरीबन कोई साल बाद जी है ना वो देंदी है 25 कट्टे, यानी कि किसानों वास्ते बेहतर कारोबार का हल करने वास्ते। ताकि हुण स्कीम बनाई सी 25 कट्टियां दी, क्योंकि हर बंदे नूं उन्होंने एक दो करके परचेज किया ताकि किसान खुश रहन। क्योंकि हुण कट्टे मिले ने 6, मैं अपनी खुशी नाल फिर 25 कट्टे मुकम्मल किए ने। जानवर साडा अपना हुंदा, सिर्फ उन्होंने गोश्त वास्ते ताकि सियाल सर्दियों के दिन होंदे ने जानवर बचते नहीं, उहदे वास्ते वो गौरमेंट कढ़दी है स्कीम वगैरह जिहड़े। अच्छा, यानी कि तुसीं उहनूं पालो, उहनूं तैयार करो ते वो फिर फी कट्टा तुहानूं गौरमेंट की तरफों किन्ने पैसे मिलते हैं? 4000 रुपया देंदे ने फी कट्टे का गोश्त वाला जिहड़ा। क्योंकि कट्टा जिन्हें दुध पैदाइशी दुध ज़्यादा पीता होए ना, भावें जिहड़ा मर्जी भी जानवर है उही जानवर वादा फुलदा है। जिन्हें वो हिसाब है कट्टे माए दुध पियाया ना शुरू तो वो नुकसान दे विच जांदा, वादा फुलदा नहीं हैगा कट्टा। क्योंकि सेहतमंद जिहड़ा कट्टा है ना वो 10 दिन का अपना आप हड्ड पैरां दा खुला हुंदा है, जरा जिसम दे विच भी अपना चौड़ाई दे विच हुंदा है। अगर मेरी तो सलाह ही है, अगर जिस बंदे ने भी शुरू करना है आप ही ज़्यादा ध्यान दे नाल कट्टियां वाल तो फिर ही कारोबार जो ठीक रह सकता है, किसी होर दे सिर ते छड्डे वो नहीं ठीक। अस्सलाम वालेकुम। वालेकुम अस्सलाम। प्यारे भाई की हाल है? ठीक ठाक। जनाब दा की नाम है? चांद आरफ। चांद भाई इलाका केड़ा जे? इलाका धौंथल ते पिंड बलशाहम ते तहसील जफरवाल नारोवाल, जिला नारोवाल। जिला नारोवाल। सर तुसी किन्ने अरसे तो कट्टा फार्मिंग करदे हो पे? तकरीबन 2 साल तो शुरू किया है। 1 साल तो वैसे जिहड़ा ना फ्लॉप हो गया है, तो दूसरे साल फिर दोबारा शुरू किया ताकि थोड़ा जिहा टाइम ज़्यादा दईए इन्होंने कट्टियां नूं ते ज़रा बेहतर बनन। जिहड़ा तुहाडा पहला फ्लाक है तुसी ਉਹਦੇ ਵਿੱਚ कामयाब रहे हो या नाकाम होए हो? ਉਹਦੇ ਵਿੱਚ ਨਾਕਾਮ ਹੋਏ ਸੀ ਲੇਬਰ ਦੀ ਵਜ੍ਹਾ ਤੋਂ, ਤੇ ਕਿਉਂਕਿ ਹੁਣ ਆਪ ਹੀ ਸ਼ੁਰੂ ਕੀਤਾ ਆਪ ਹੀ ਕਰ ਰਹੇ ਹਾਂ। ਅੱਛਾ, ਯਾਨੀ ਕਿ ਹੁਣ ਜਿਹੜਾ ਕੰਮ ਹੈ ਤੁਸੀਂ ਆਪਣੇ ਸਿਰ ਤੇ ਕਰਦੇ ਹੋ, ਪੇ ਮੁਲਾਜ਼ਮ ਵਗੈਰਾ ਕੋਈ ਨਹੀਂ ਰੱਖਿਆ? ਮੁਲਾਜ਼ਮ ਇੱਕ ਹੈਗਾ, ਨਾਲ ਖੁਦ ਵੀ ਹੋ? ਨਾਲ ਖੁਦ ਹੀ। ਠੀਕ ਹੈ, ਯਾਨੀ ਕਿ ਡੇਰੀ ਫਾਰਮ 'ਚ ਅਗਰ ਨਾਕਾਮੀ ਦਾ ਸਬਬ ਬਾਜ਼ ਔਕਾਤ ਲੇਬਰ ਵੀ ਬਣ ਜਾਂਦੀ ਹੈ। ਤੇ ਇਸ ਟਾਈਮ ਭਾਈ ਆ ਜਿਹੜੇ ਤੁਸੀਂ ਕੱਟੇ ਰੱਖੇ ਨੇ ਕਿੰਨੇ ਨੇ, ਤੇ ਤੁਸੀਂ ਜਿਹੜੀ ਸਕੀਮ ਦਾ ਜ਼ਿਕਰ ਕਰਦੇ ਹੋ ਪਏ, ਮੈਂ ਚਾਹਾਂਗਾ ਕਿ ਮੇਰੇ ਦੋਸਤਾਂ ਨੂੰ ਵੀ ਦੱਸੋ ਕਿ ਉਹ ਸਕੀਮ ਕਿਹੜੀ ਹੈ। ਕਿਉਂਕਿ ਗੌਰਮੈਂਟ ਦੀ ਲਾਈਫ ਸਟਾਕ ਸਕੀਮ ਕੱਢਦੀ ਹੈ ਤਕਰੀਬਨ ਕੋਈ ਸਾਲ ਬਾਅਦ ਜਿਹੜੀ ਹੈ ਨਾ ਉਹ ਦਿੰਦੀ ਹੈ 25 ਕੱਟੇ, ਯਾਨੀ ਕਿ ਕਿਸਾਨਾਂ ਵਾਸਤੇ ਬਿਹਤਰ ਕਾਰੋਬਾਰ ਦਾ ਹੱਲ ਕਰਨ ਵਾਸਤੇ। ਤਾਂ ਕਿ ਹੁਣ ਸਕੀਮ ਬਣਾਈ ਸੀ 25 ਕੱਟਿਆਂ ਦੀ, ਕਿਉਂਕਿ ਹਰ ਬੰਦੇ ਨੂੰ ਉਹਨਾਂ ਨੇ ਇੱਕ ਦੋ ਕਰਕੇ ਪਰਚੇਸ ਕੀਤਾ ਤਾਂ ਕਿ ਕਿਸਾਨ ਖੁਸ਼ ਰਹਿਣ। क्योंकि हुण कट्टे मिले ने 6, मैं अपनी खुशी नाल फिर 25 कट्टे मुकम्मल किए ने। उस तो बाद जिहड़ा ना अपना यानी कि सिस्टम करन वास्ते प्रोसीजर वड्डा करन वास्ते जिहड़ा ना कारोबार शुरू किया। ते टोटल कट्टे इस टाइम किन्ने ने? तकरीबन इस टाइम 24 कट्टे ने, एक मर गया सी कट्टा। हाँ जी, चलो अल्लाह करम करे। ते ਇਹ ਜਿਹੜੀ ਗਵਰਨਮੈਂਟ ਦੀ ਸਕੀਮ ਹੁੰਦੀ ਏ ਉਹ ਜਾਨਵਰ ਤੁਹਾਡਾ ਆਪਣਾ ਹੁੰਦਾ ਹੈ ਜਾਂ ਕੀ ਹਿਸਾਬ ਹੁੰਦਾ ਹੈ? ਜਾਨਵਰ ਸਾਡਾ ਆਪਣਾ ਹੁੰਦਾ, ਸਿਰਫ ਉਹਨਾਂ ਨੇ ਗੋਸ਼ਤ ਵਾਸਤੇ ਤਾਕਿ ਸਿਆਲ ਸਰਦੀਆਂ ਦੇ ਦਿਨ ਹੁੰਦੇ ਨੇ ਜਾਨਵਰ ਬਚਦੇ ਨਹੀਂ, ਉਹਦੇ ਵਾਸਤੇ ਉਹ ਗਵਰਨਮੈਂਟ ਕੱਢਦੀ ਹੈ ਸਕੀਮ ਵਗੈਰਾ ਜਿਹੜੇ। ਅੱਛਾ, ਯਾਨੀ ਕਿ ਤੁਸੀਂ ਉਹਨੂੰ ਪਾਲੋ, ਉਹਨੂੰ ਤਿਆਰ ਕਰੋ ਤੇ ਉਹ ਫਿਰ ਫੀ ਕੱਟਾ ਤੁਹਾਨੂੰ ਗਵਰਨਮੈਂਟ ਦੀ ਤਰਫੋਂ ਕਿੰਨੇ ਪੈਸੇ ਮਿਲਦੇ ਨੇ? 4000 ਰੁਪਇਆ ਦਿੰਦੇ ਨੇ ਫੀ ਕੱਟੇ ਦਾ ਗੋਸ਼ਤ ਵਾਲਾ ਜਿਹੜਾ। ਇਹ ਤੁਹਾਨੂੰ 6 ਘੰਟਿਆਂ ਦੀ ਸਕੀਮ ਮਿਲੀ ਹੈ, ਇਸ ਤੋਂ ਜ਼ਿਆਦਾ ਵੀ ਮਿਲ ਸਕਦੀ ਹੈ? ਇਸ ਤੋਂ ਜ਼ਿਆਦਾ ਵੀ ਮਿਲ ਸਕਦੀ ਹੈ। ਤੇ ਉਹ ਸਕੀਮ ਹਾਸਲ ਕਰਨ ਵਾਸਤੇ ਫਿਰ ਕਿਸਾਨ ਨੂੰ ਕੀ ਕਰਨਾ ਪੈਂਦਾ? ਸਕੀਮ ਤੋਂ ਕਿੰਜ ਫਾਇਦਾ ਉਠਾਇਆ ਜਾ ਸਕਦਾ ਹੈ? ਉਹ ਸਕੀਮ ਹੈ ਹੁਣ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਪ੍ਰੋਜੈਕਟ ਦਿੱਤਾ ਹੁੰਦਾ ਹੈ, ਯਾਨੀ ਕਿ ਕਿਸੇ ਨੂੰ 2 ਕਿਸੇ ਨੂੰ 3 ਘੰਟੇ ਵਾਸਤੇ ਜਿਹੜਾ ਨਾ ਫਿਰ ਇੰਝ ਹੈ ਤਾਂ ਕਿ 25 ਘੰਟੇ ਮੁਸ਼ਕਲ ਮਿਲ ਸਕਦੇ ਨੇ। ਅੱਛਾ, ਅਗਰ ਕੋਈ ਚਾਹੁੰਦਾ ਕਿ ਸਾਨੂੰ ਇਹ ਸਕੀਮ ਦਾ ਇਲਮ ਹੋਈਏ, ਅਸੀਂ ਇਹਦੇ ਤੋਂ ਫਾਇਦਾ ਉਠਾਈਏ, ਸਾਨੂੰ ਵੀ ਕੋਈ ਪੈਸੇ ਮਿਲ ਜਾਣ, ਤੇ ਉਹ ਫਿਰ ਕਿਹਦੇ ਨਾਲ ਰਾਬਤਾ ਕਰੇ? ਉਹ ਇਹ ਡਾਕਟਰ ਨਾਲ ਹੀ ਰਾਬਤਾ ਕਰ ਸਕਦੇ ਹੋ। ਅੱਛਾ, ਠੀਕ ਭਾਈ। ਇਹ ਦੱਸੋ ਜਿਹੜੇ ਕੱਟੇ ਤੁਸੀਂ ਇਸ ਟਾਈਮ ਆਪਣੇ ਫਾਰਮ ਤੇ ਲਿਆਂਦੇ ਨੇ ਇਹ ਕਿਹੜੀ ਨਸਲ ਦੇ ਨੇ ਤੇ ਇਹਨਾਂ ਦੀ ਖਰੀਦਦਾਰੀ ਕਿੱਥੋਂ ਕੀਤੀ ਹੈ, ਤੇ ਚੰਗਾ ਕੱਟਾ ਬੰਦਾ ਕਿੰਜ ਖਰੀਦ ਸਕਦਾ, ਉਹਦੀ ਕੋਈ ਪਹਿਚਾਣ, ਉਹਦੀ ਕੋਈ ਖੂਬੀ? ਹਾਂਜੀ, ਇਹ ਕੱਟੇ ਜ਼ਫਰਵਾਲ ਤੋਂ ਸਾਰੇ ਜਿੰਨੇ ਵੀ ਕੱਟੇ ਇਹਨਾਂ 24 ਦੇ 24 ਇਹ ਖਰੀਦੇ ਨੇ ਜ਼ਫਰਵਾਲ ਮੰਡੀ ਤੋਂ, ਕਿਉਂਕਿ ਕਾਫੀ ਨਸਲਾਂ ਦੇ ਵਿੱਚ ਨੇ, ਕਾਫੀ ਇੱਕ ਨਸਲ ਨਹੀਂ ਤਕਰੀਬਨ ਕੋਈ 6-7 ਨਸਲਾਂ ਨੇ, ਇਹ ਸਾਰੇ ਵਿੱਚ ਮਿਕਸ ਹੀ ਕੱਟੇ ਹੋਏ ਨੇ। ਤੇ ਜਿਹੜਾ ਚੰਗਾ ਕੱਟਾ ਹੈ ਜਿਹੜਾ ਕੱਲ ਨੂੰ ਵਧੇ ਫੁੱਲੇ ਦਾ ਵਜ਼ਨ ਜ਼ਿਆਦਾ ਕਰੇਗਾ, ਉਹਦੀਆਂ ਕੋਈ ਚਾਂਦੇ ਕਿ ਨਿਸ਼ਾਨੀਆਂ ਦੱਸ ਸਕਦੇ ਹੋ ਤਾਂ ਕਿ ਜਿਹੜੇ ਨਵੇਂ ਦੋਸਤ ਹੈ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਲਮ ਹੋਈਏ? ਕਿਉਂਕਿ ਕੱਟਾ ਜਿਹਨੇ ਦੁੱਧ ਪੈਦਾਇਸ਼ੀ ਦੁੱਧ ਜ਼ਿਆਦਾ ਪੀਤਾ ਹੋਏ ਨਾ, ਭਾਵੇਂ ਜਿਹੜਾ ਮਰਜ਼ੀ ਵੀ ਜਾਨਵਰ ਹੈ ਉਹੀ ਜਾਨਵਰ ਵਾਧਾ ਫੁੱਲਦਾ ਹੈ। ਜਿਹਨੇ ਉਹ ਹਿਸਾਬ ਹੈ ਕੱਟੇ ਮਾਏ ਦੁੱਧ ਪਿਆਇਆ ਨਾ ਹੋਏ ਸ਼ੁਰੂ ਤੋਂ ਉਹ ਨੁਕਸਾਨ ਦੇ ਵਿੱਚ ਜਾਂਦਾ, ਉਹ ਵਾਧਾ ਫੁੱਲਦਾ ਨਹੀਂ ਹੈਗਾ ਕੱਟਾ।
ਇਹ ਤਾਂ ਸਰ ਗੱਲ ਤੁਹਾਡੀ ਬਿਲਕੁਲ ਬਜਾਏ। ਤੇ ਮੈਨੂੰ ਜਾਂ ਨਵੇਂ ਬੰਦੇ ਨੂੰ ਕਿੰਜ ਆਈਡੀਆ ਹੋ ਜਾਂਦਾ ਕਿ ਮੈਂ ਜਾਨਵਰ ਵੇਖਾਂ ਤੇ ਮੈਨੂੰ ਪਤਾ ਲੱਗ ਜਾਏ ਕਿ ਇਹਨੇ ਬਚਪਨ 'ਚ ਦੁੱਧ ਪੀਤਾ ਜਾਂ ਕਿ ਨਹੀਂ ਪੀਤਾ? ਕਿਉਂਕਿ ਸਿਹਤਮੰਦ ਜਿਹੜਾ ਕੱਟਾ ਹੈ ਨਾ, ਉਹ ਦੱਸ ਦਿੰਦਾ ਆਪਣਾ ਆਪ, ਹੱਡ ਪੈਰਾਂ ਦਾ ਖੁੱਲਾ ਹੁੰਦਾ ਹੈ, ਜ਼ਰਾ ਜਿਸਮ ਦੇ ਵਿੱਚ ਵੀ ਆਪਣਾ ਚੌੜਾਈ ਦੇ ਵਿੱਚ ਹੁੰਦਾ। ਤੇ ਤੁਸੀਂ ਇਹ ਜਿਹੜਾ ਜਾਨਵਰ ਹੈ ਵਜ਼ਨ ਕਰਕੇ ਲੈਂਦੇ ਹੋ ਜਾਂ NGO ਦਾ ਅੰਦਾਜ਼ਾ ਲਾ ਲੈਂਦੇ ਹੋ ਕਿ ਇਹਦਾ ਰੇਟ ਕਿੰਨਾ ਕੇ? ਅੰਦਾਜ਼ਾ ਲਾ ਕੇ ਰੇਟ ਜਿਹੜਾ ਨਾ। ਤੇ ਇਹ ਸਰ ਜਿਹੜੇ ਤੁਸੀਂ ਜਾਨਵਰ ਲੈ ਕੇ ਆਉਂਦੇ ਹੋ ਇਹਨਾਂ ਦੀ ਕਿੰਨੀ ਕੁ ਉਮਰ ਹੁੰਦੀ ਹੈ? ਤਕਰੀਬਨ 1.5 ਤੋਂ 2 ਸਾਲ ਉਮਰ ਹੈ। ਤੇ ਇਹਨਾਂ ਦਾ ਜਿਹੜਾ ਪੀਰੀਅਡ ਹੈ ਤੁਸੀਂ ਫਾਰਮ ਤੇ ਰੱਖਦੇ ਹੋ ਉਹ ਕਿੰਨੇ ਮਾਹ ਦਾ ਹੈ? ਤਕਰੀਬਨ 4 ਮਾਹ ਦਾ। ਤੇ ਹੁਣ ਤੁਹਾਨੂੰ ਇਹ ਕੱਟੇ ਲਿਆਂਦਾ ਕਿੰਨੀ ਦੇਰ ਹੋ ਗਈ? ਤਕਰੀਬਨ 6 ਮਾਹ ਹੋ ਗਏ ਨੇ। ਤੇ ਤੁਸੀਂ ਇਹਨਾਂ ਨੂੰ 4 ਮਾਹ ਰੱਖਣਾ ਸੀ ਤੇ ਹੁਣ 6 ਮਾਹ ਹੋ ਗਏ ਨੇ। ਕੀ ਵਜ੍ਹਾ ਬਣੀ ਹੈ ਕਿ 4 ਮਾਹ 'ਚ ਜਾਨਵਰ ਤਿਆਰ ਕਿਉਂ ਨਹੀਂ ਹੋਏ? ਕਿਉਂਕਿ ਵਿੱਚ ਜਾਨਵਰ ਚਾਰੇ ਦੀ ਵਜ੍ਹਾ ਤੋਂ ਕੁਝ ਨੁਕਸਾਨ ਹੈ, ਕਿਉਂਕਿ ਨੁਕਸਾਨ ਦੇ ਵਿੱਚ ਨਹੀਂ ਸੇਲ ਕੀਤੇ। ਹੁਣ ਫਿਰ ਇਹਨਾਂ ਨੂੰ ਤਕਰੀਬਨ 1 ਮਹੀਨਾ ਹੋਰ ਆ ਕੇ ਵੱਡੀ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਕੱਢਣ ਦੀ। ਤੇ ਸਰ ਤੁਸੀਂ ਇਹਨਾਂ ਦੀ ਤਿਆਰੀ ਕਿਹੜੀ ਖੁਰਾਕ ਉੱਤੇ ਕਰਦੇ ਹੋ ਪਏ? ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਰੋਜ਼ਾਨਾ? ਤੂੜੀ ਚਾਰਾ ਹੁੰਦਾ, ਜ਼ਿਆਦਾ ਵੰਡਾ ਇਸਤੇਮਾਲ ਕਰੀਦਾ ਕਿਉਂਕਿ ਲੋਕਲੀ ਵੰਡਾ ਆਪਣਾ ਇਸਤੇਮਾਲ ਨਹੀਂ ਕਰ ਰਹੇ ਹੈਗੇ। ਤੇ ਹੁਣ ਜਿਹੜਾ ਨਾ ਲੋਕਲੀ ਵੰਡਾ ਲੈ ਕੇ ਇਸਤੇਮਾਲ ਕਰ ਰਹੇ। ਇਹ ਲੋਕਲ ਵੰਡਾ ਕਿਹੜਾ ਹੈ? ਕਿਉਂਕਿ ਇੱਕ ਡਾਕਟਰ ਫੀਡ ਹੈ, ਉਹ ਇਸਤੇਮਾਲ ਕਰੀਦੀ। ਇਹ ਜਿਹੜਾ ਵੰਡਾ ਤੁਸੀਂ ਇਸਤੇਮਾਲ ਕਰਦੇ ਹੋ ਪਏ ਇਹਦਾ ਰਿਜ਼ਲਟ ਕੈਸਾ ਹੈ? ਰਿਜ਼ਲਟ ਠੀਕ ਹੈ, ਪਰ ਉਹ ਜੋ ਆਪਣੇ ਵੰਡੇ ਦੀ ਰਿਜ਼ਲਟ ਹੈ ਉਹ ਹੋਰ ਚੀਜ਼ ਹੈ। ਆਪਣੇ ਵੰਡੇ ਦਾ ਕੋਈ ਪਲਾਨ ਬਣਾਇਆ ਜੇ ਕਿ ਉਹਨੂੰ ਤਿਆਰ ਕਿੰਜ ਕਰਨਾ ਹੈ? ਹਾਂਜੀ, ਪਲਾਨ ਬਣਾਇਆ ਹੋਇਆ। ਉਹ ਸਰ ਦੱਸੋ ਦੇ ਕਿ ਤੁਹਾਡੇ ਖਿਆਲ ਨਾਲ ਫਿਰ ਕਿਹੜਾ ਵੰਡਾ ਬਿਹਤਰ ਹੈ? ਕਿਉਂਕਿ ਆਪਣਾ ਵੰਡਾ ਮਕਈ, ਕਣਕ ਵਗੈਰਾ ਜਿਹੜਾ ਨਾ, ਰਾਈਸ ਪਾਲਿਸ਼, ਇਹ ਤਕਰੀਬਨ 4-5 ਆਈਟਮਾਂ ਇਸਤੇਮਾਲ ਹੁੰਦੀਆਂ ਨੇ। ਉਹ ਇਸਤੇਮਾਲ ਕਰਕੇ ਇਨਸ਼ਾਅੱਲਾ ਬਣਾਵਾਂਗੇ। ਠੀਕ ਹੈ, ਅਗਲੇ ਪ੍ਰੋਜੈਕਟ ਦੇ ਵਿੱਚ ਜਿਹੜਾ ਇਸ ਕਰਾਂਗੇ ਇਨਸ਼ਾਅੱਲਾ ਸਰ, ਅੱਲਾ ਕਾਮਯਾਬ ਕਰੇ। ਯਾਨੀ ਕਿ ਤੁਹਾਡੇ ਜਾਨਵਰਾਂ ਦੀ ਫਿਰ ਤਿਆਰੀ ਉਸ ਤਰ੍ਹਾਂ ਨਹੀਂ ਹੋਈ ਜਿੰਜ ਹੋਣੀ ਚਾਹੀਦੀ? ਹਾਂਜੀ। ਉਹਦੇ ਵਿੱਚ ਫਿਰ ਇੱਕ ਅਹਿਮ ਰੋਲ ਵੰਡੇ ਦਾ ਵੀ ਹੁੰਦਾ ਹੈ? ਹਾਂਜੀ, ਵੰਡੇ ਦਾ ਵੀ। ਯਾਨੀ ਕਿ ਬਾਜ਼ਾਰੀ ਵੰਡੇ ਨਾਲੋਂ ਬਿਹਤਰ ਹੈ ਬੰਦਾ ਫਿਰ ਆਪਣਾ ਵੰਡਾ ਤਿਆਰ ਕਰੇ। ਠੀਕ ਹੈ। ਵੰਡੇ ਦੇ ਇਲਾਵਾ ਇਹਨਾਂ ਨੂੰ ਤੁਸੀਂ ਤੂੜੀ ਜਾਂ ਚਾਰਾ ਕਿੰਨਾ ਕਿੰਨਾ ਖਿਲਾਉਂਦੇ ਹੋ? ਤਕਰੀਬਨ ਚਾਰਾ ਜਿਹੜਾ ਇਹਨਾਂ ਨੂੰ ਤਕਰੀਬਨ 2.5 ਤੋਂ 3 ਮਣ ਤੂੜੀ ਹੁੰਦੀ ਹੈ। ਤੇ ਪੱਠੇ ਫਿਲਹਾਲ ਪੱਠੇ ਘੱਟ ਨੇ, ਉਹ ਮਿਕਸ ਹੀ ਕਰੀਦਾ, ਨਿਸ਼ਾਨ ਹੀ ਦੇਈਦਾ ਪੱਠਿਆਂ ਦਾ, ਤਾਂ ਵੰਡਾ ਇਸਤੇਮਾਲ ਕਰ ਦੇਈਦਾ ਉੱਤੇ। ਇਹ ਜਿਹੜਾ 2.5 ਤੋਂ 3 ਮਣ ਤੂੜੀ ਕਿੰਨੇ ਜਾਨਵਰਾਂ ਵਾਸਤੇ ਵੇ? ਤਕਰੀਬਨ ਕੋਈ 20 ਜਾਨਵਰ ਹੈਗੇ ਨੇ ਜਿਹੜੇ ਇਸ ਟਾਈਮ ਇੱਕ ਟਾਈਮ ਦਾ ਜਿਹੜਾ ਇੱਕ ਟਾਈਮ ਦੀ ਖੁਰਾਕ ਹੈ? ਹਾਂਜੀ, ਇੱਕ ਟਾਈਮ ਦੀ ਖੁਰਾਕ। ਇਸ ਤੋਂ ਇਲਾਵਾ ਵੰਡੇ ਦੇ ਇਲਾਵਾ ਤੂੜੀ ਦੇ ਇਲਾਵਾ ਇਹਨਾਂ ਨੂੰ ਕੀ ਕੀ ਖਿਲਾਉਂਦੇ ਹੋ ਤਾਂ ਕਿ ਇਹ ਵਜ਼ਨ ਜ਼ਿਆਦਾ ਕਰਨ? ਕਿਉਂਕਿ ਫਿਲਹਾਲ ਇਹਨਾਂ ਨੂੰ ਬਾਹਰ ਐਸੇ ਤਕਰੀਬਨ ਇੱਕ ਟਾਈਮ ਛੱਡੀ ਨੇ, ਸ਼ਾਮ ਦੇ ਟਾਈਮ ਨਾ ਗਾਂਸ ਵਗੈਰਾ ਜਿਹੜੇ ਨੇ ਚਰ ਚੁਰ ਕੇ ਆ ਜਾਂਦੇ ਨੇ, ਤੇ ਫਿਰ ਸ਼ਾਮ ਦੇ ਟਾਈਮ ਇਹਨਾਂ ਨੂੰ ਥੋੜੀ ਜਿਹੀ ਤੂੜੀ ਵਗੈਰਾ ਪਾ ਦੇ ਤਾਂ ਕਿ ਰਾਤ ਪੂਰੀ ਖਾਂਦੇ ਰਹਿਣ। ਇਸ ਤੋਂ ਇਲਾਵਾ ਹੋਰ ਕੋਈ ਤੇਲ ਜਾਂ ਮਿਰਚ ਮਸਾਲਾ ਵੀ ਇਹਨਾਂ ਨੂੰ ਦਿੰਦੇ? ਹਾਂਜੀ, ਤੇਲ ਵੀ, ਮਿਰਚ ਮਸਾਲਾ ਵੀ ਦੇਈਦਾ। ਤਕਰੀਬਨ ਹਫਤੇ ਬਾਅਦ ਜਿਹੜਾ ਨਾ ਇਹਨਾਂ ਨੂੰ ਦੇਈਦਾ। ਇਹ ਮਿਰਚ ਮਸਾਲਾ? ਹਾਂਜੀ, ਮਿਰਚ ਮਸਾਲਾ ਉਹ ਖੁਦ ਤਿਆਰ ਕੀਤਾ ਹੈ? ਹਾਂਜੀ, ਉਹ ਵੀ ਖੁਦ ਤਿਆਰ ਕੀਤਾ ਹੋਇਆ। ਉਹ ਸਰ ਜਿਹੜਾ ਤੁਸੀਂ ਮਸਾਲਾ ਤਿਆਰ ਕੀਤਾ ਹੈ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤਿਆਰ ਕੀਤਾ ਹੈ ਤੇ ਉਹ ਮਸਾਲਾ ਕਿੰਨੇ ਦਿਨ ਬਾਅਦ ਇਸਤੇਮਾਲ ਕਰਾਉਂਦੇ ਹੋ? ਉਹਦੇ ਵਿੱਚ ਤਕਰੀਬਨ ਹਰੀਆਂ ਮਿਰਚਾਂ ਹੋ ਜਾਂਦੇ ਨੇ, ਪਿਆਜ਼, ਅਦਰਕ, ਕਾਲਾ ਨਮਕ, ਅਜਵੈਨ ਵਗੈਰਾ ਜਿਹੜੇ ਨੇ, ਤਾਂ ਕਾਫੀ ਚੀਜ਼ਾਂ ਨੇ ਵਿੱਚ। ਇਸ ਟਾਈਮ ਨੋਟ ਨਹੀਂ ਹੈਗਾ ਲਿਖੀਆਂ ਨੇ, ਤੇ ਉਹ ਸਾਰਾ ਮੁਕੰਮਲ ਕਰਕੇ ਬਣਾਈ ਦਾ। ਤੇ ਇਹ ਜਿਹੜਾ ਮਸਾਲਾ ਹੈ ਕਿੰਨੇ ਦਿਨ ਬਾਅਦ ਇਹ ਜਾਨਵਰਾਂ ਨੂੰ ਦੇਣਾ? ਇਹ ਹਫਤੇ ਬਾਅਦ ਦੇਈਦਾ ਜਾਨਵਰਾਂ ਨੂੰ। ਠੀਕ ਭਾਈ, ਜਦੋਂ ਤੁਸੀਂ ਜਾਨਵਰ ਮੰਡੀ 'ਚੋਂ ਲੈ ਕੇ ਫਾਰਮ ਉੱਤੇ ਲੈ ਕੇ ਆਉਂਦੇ ਹੋ, ਇਹਨਾਂ ਦੀ ਜਿਹੜੀ ਵੈਕਸੀਨ ਹੈ, ਡੀਵਰਮਿੰਗ ਹੈ, ਉਹਦਾ ਕੋਈ ਸ਼ਡਿਊਲ ਦੱਸੋ? ਕਿੰਨੀ ਦਫਾ ਕਰਾਉਂਦੇ ਹੋ? ਖੁਦ ਕਰਦੇ ਹੋ ਜਾਂ ਕਿ ਡਾਕਟਰ ਸਾਹਿਬ ਨੂੰ ਬੁਲਾ ਕੇ ਕਰਾਉਂਦੇ ਹੋ? ਡਾਕਟਰ ਸਾਹਿਬ ਨੂੰ ਬੁਲਾਈਦਾ, ਜਿਹੜਾ ਨਾ ਵੈਕਸੀਨ ਵਗੈਰਾ ਜੋ ਵੀ ਉਹ ਡਾਕਟਰ ਸਾਹਿਬ ਆ ਕੇ ਕਰਦੇ ਨੇ। ਜਦੋਂ ਲੈ ਕੇ ਇਹਦੇ ਜਾਨਵਰ ਉਦੋਂ ਇੱਕ ਵਾਰੀ ਕਰੀਦੀ ਹੈ ਵੈਕਸੀਨ ਵਗੈਰਾ, ਫਿਰ ਉਸ ਤੋਂ ਬਾਅਦ ਹਫਤੇ ਬਾਅਦ ਜਿਹੜੀ ਹੈ ਨਾ ਕਰਵਾਈਦਾ, ਯਾਨੀ ਕਿ ਪੇਟ ਦੇ ਵਿੱਚ ਕੀੜੇ ਸ਼ੀੜੇ ਵਗੈਰਾ ਸਾਰੇ ਖਤਮ ਹੋਏ। ਤੇ ਹੁਣ ਤੱਕ ਤੁਹਾਨੂੰ ਤਕਰੀਬਨ 6 ਮਾਹ ਹੋ ਗਏ ਨੇ? ਹਾਂਜੀ, 6 ਮਾਹ ਦੇ ਦੌਰਾਨ ਤੁਸੀਂ ਇਹਨਾਂ ਦੀ ਕਿੰਨੀ ਦਫਾ ਵੈਕਸੀਨ ਕੀਤੀ ਹੈ ਤੇ ਕਿੰਨੀ ਦਫਾ ਡੀਵਰਮਿੰਗ ਕੀਤੀ ਹੈ? 3 ਵਾਰੀ ਡਿਵਰਮਿੰਗ ਕੀਤੀ ਹੈ। ਤਕਰੀਬਨ ਕੋਈ 3 ਦਫਾ ਤੇ ਚਿਚੜਾਂ ਦੇ ਟੀਕੇ ਲੱਗ ਗਏ ਨੇ ਇਹਨਾਂ ਨੂੰ ਜਾਨਵਰਾਂ ਨੂੰ, ਤੇ 1 ਵਾਰੀ ਵੈਕਸੀਨ ਕੀਤੀ ਸੀ। ਠੀਕ ਹੈ, ਮਾਸ਼ਾਅੱਲਾ ਸਰ, ਤੁਸੀਂ ਕਾਫੀ ਕੀਮਤੀ ਗੱਲਾਂ ਦੱਸਦੇ ਹੋ ਪਏ। ਜਦੋਂ ਇੱਕ ਜਾਨਵਰ ਤਿਆਰ ਹੋਈਏ ਤੁਸੀਂ ਕੀ ਪ੍ਰੋਗਰਾਮ ਬਣਾਇਆ? ਇਹਨਾਂ ਨੂੰ ਸੇਲ ਕਿੱਥੇ ਕਰਨਾ ਹੈ? ਸੇਲ ਮੰਡੀ ਦੇ ਵਿੱਚ ਜਾਂ ਇੱਥੇ ਹੀ ਜ਼ਿਆਦਾ ਬਿਹਤਰ ਹੈ, ਇੱਥੇ ਹੀ ਸੇਲ ਹੋ ਜਾਣ ਤੇ ਉਹ ਚੰਗਾ। ਤੇ ਜਿਹੜਾ ਪਹਿਲਾ ਤੁਹਾਡਾ ਫਲਾਗ ਸੀ ਉਹ ਤਜਰਬਾ ਜਿਹੜਾ ਸੀ ਤੁਹਾਡਾ, ਕਹਿ ਰਹੇ ਹੋ ਕਿ ਉਹ ਨਾਕਾਮ ਰਿਹਾ ਸੀ, ਉਹਨਾਂ ਦੀ ਸੇਲ ਕਿੱਥੇ ਕੀਤੀ? ਉਹ ਲਾਹੌਰ ਮੰਡੀ ਸ਼ਾਪ। ਤੇ ਉੱਥੇ ਰੇਟ ਅੱਛਾ ਨਹੀਂ ਮਿਲਿਆ? ਰੇਟ ਉੱਥੇ ਠੀਕ ਮਿਲਿਆ ਸੀ, ਪਰ ਜਿਹੋ ਜੀ ਕਿਤੇ ਉਹ ਸਾਰਾ ਕੇ ਸੇਲ ਕੀਤੇ ਸੀ, ਪਰ ਉਹਨਾਂ ਦਾ ਨਾ ਬੈਨੀਫਿਟ ਨਹੀਂ ਹੋਇਆ। ਠੀਕ ਹੈ। ਤੇ ਹੋਰ ਸਰ ਤੁਸੀਂ ਕੀ ਸਮਝਦੇ ਹੋ ਜਿਹੜਾ ਨਵਾਂ ਬੰਦਾ ਇਹ ਕੰਮ ਸ਼ੁਰੂ ਕਰੇ ਉਹ ਕਿਹੜੀਆਂ ਗਲਤੀਆਂ ਉੱਤੇ ਕਾਬੂ ਪਾਏ ਤਾਂ ਕਿ ਉਹਨੂੰ ਨੁਕਸਾਨ ਨਾ ਹੋਏ, ਉਹਨੂੰ ਫਾਇਦਾ ਹੋਏ? ਅਗਰ ਮੇਰੀ ਤਾਂ ਸਲਾਹ ਹੀ ਹੈ, ਅਗਰ ਜਿਸ ਬੰਦੇ ਨੇ ਵੀ ਸ਼ੁਰੂ ਕਰਨਾ ਹੈ, ਆਪ ਹੀ ਜ਼ਿਆਦਾ
ਧਿਆਨ ਦੇ ਨਾਲ ਇਕੱਠਿਆਂ ਹਾਲ ਤੇ ਫੇਰ ਹੀ ਕਾਰੋਬਾਰ ਜਿਹੜਾ ਠੀਕ ਰਹਿ ਸਕਦਾ ਹੈ। ਕਿਸੇ ਹੋਰ ਦੇ ਸਿਰ ਤੇ ਛੱਡਿਓ ਉਹ ਨਹੀਂ ਠੀਕ। ਯਾਨੀ ਕਿ ਜਿਹੜਾ ਮਾਲਕ ਹੈ ਉਹਦਾ ਖੁਦ ਇਨਵੋਲਵ ਹੋਣਾ ਲਾਜ਼ਮੀ ਹੈ। ਹਾਂਜੀ ਇਨਸ਼ਾਅੱਲਾ ਉਹਦਾ ਹੋਣਾ ਲਾਜ਼ਮੀ ਹੈ। ਸਰ ਇਹ ਜਿਹੜਾ ਸ਼ੈੱਡ ਹੈ ਜਨਾਬ ਦਾ, ਇਹ ਟੋਟਲ ਇਹਦੀ ਲੰਬਾਈ ਚੌੜਾਈ ਕਿੰਨੀ ਹੈ? ਇਹ ਤਕਰੀਬਨ 120 ਫੁੱਟ ਤੋਂ ਜ਼ਿਆਦਾ ਦੀ ਲੰਬਾਈ ਹੈ। ਇਹ ਤਕਰੀਬਨ ਐਸਾ ਆਈਡੀਆ ਨਹੀਂ ਹੈਗਾ ਉਂਝ ਕਾਫੀ ਜਿਹੜਾ। ਅੱਛਾ, ਇੱਕ ਹੀ ਸਾਥ ਤੁਸੀਂ ਇਹ ਕਟਿਆਂ ਵਾਸਤੇ ਵਕਫ ਕੀਤਾ ਤੇ ਇੱਕ ਸਾਈਡ ਤੇ ਤੁਹਾਡੇ ਦੂਸਰੇ ਜਾਨਵਰ ਨੇ। ਦੂਸਰੇ ਜਾਨਵਰ ਨੇ ਦੋ ਤੇ ਇਹ ਸਾਹਮਣੇ ਜਿਹੜਾ ਹਿੱਸਾ ਹੈ ਇੱਧਰ ਕਿੰਨੇ ਜਾਨਵਰ ਆ ਸਕਦੇ ਨੇ? ਇਧਰ ਕਮ ਸੇ ਕਮ ਕੋਈ 50 ਜਾਨਵਰ ਆ ਸਕਦਾ ਸਕੂਨ ਨਾਲ। ਤੇ ਇਹ ਜਿਹੜੀ ਛੱਤ ਇਹਦੀ ਲੋਹੇ ਦੀ ਹੈ, ਅੱਜ ਕੱਲ ਮੌਸਮ ਵੀ ਗਰਮ ਹੈ ਮੌਸਮ ਗਰਮ ਤੇ ਗਰਮੀ 'ਚ ਮਸਲਾ ਨਹੀਂ ਕਰਦੀ ਹੈ ਛੱਤ? ਨਹੀਂ ਮਸਲਾ ਨਹੀਂ ਹੈ, ਹਵਾ ਇਹਨਾਂ ਦੀ ਜਿਹੜੀ ਨਾ ਕ੍ਰਾਸ ਹੁੰਦੀ ਰਹਿੰਦੀ ਹੈ। ਠੀਕ ਹੈ। ਤੇ ਇਹ ਜਿਹੜੇ ਤੁਹਾਡੇ ਜਾਨਵਰ ਨੇ ਹੁਣ ਕਿਦੋਂ ਤੁਹਾਡਾ ਜ਼ੇਨ ਇਹਨਾਂ ਨੂੰ ਤਿਆਰ ਕਰਕੇ ਸੇਲ ਕਰਨ ਦਾ? ਤਕਰੀਬਨ 15 ਤੋਂ 20 ਦਿਨ ਦੀ ਜਾਂ 1 ਮਹੀਨਾ ਵੀ ਲੱਗ ਜਾਏ ਇਹਦੇ ਜਿਹੜਾ ਫਿਰ ਤੁਸੀਂ ਸੇਲ ਕਰੋਗੇ? ਸੇਲ ਕਰਾਂਗੇ। ਅਗਰ ਕੋਈ ਦੋਸਤ ਤੁਹਾਡੇ ਕੋਲ ਕੋਈ ਜਾਨਵਰ ਲੈਣਾ ਚਾਹੁੰਦਾ ਹੈ ਜਾਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਹਾਂਜੀ। ਤੇ ਭਾਈ ਇਹਨਾਂ ਦਾ ਮੋਬਾਈਲ ਨੰਬਰ ਮਿਲ ਸਕਦਾ ਹੈ? ਹਾਂਜੀ ਮਿਲ ਸਕਦਾ। ਜੀ ਸਰ, ਨੰਬਰ ਬੋਲ ਦਿਓ। 0309 6239 505। ਜੀ ਸਰ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਤੇ ਮੁਖਲਸ ਗੁਫ਼ਤਗੂ ਕੀਤੀ ਹੈ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼।